ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਰੇ ਹੋਏ ਜੀਵਨ। ਸਰਦਾਰ ਮਨਮੋਹਨ ਸਿੰਘ ਜੀ। ਸਰੀਰ ਕਰਕੇ ਹਰ ਕੋਈ ਤੁਰਦਾ ਫਿਰਦਾ ਨਜ਼ਰੀ ਆਉਂਦਾ ਹੈ, ਪਰ ਕੋਈ ਵਿਰਲਾ ਹੀ ਹੁੰਦਾ ਹੈ ਜਿਸ ਦੀ ਜੋਤ ਸਰੀਰ ਅੰਦਰ ਜਾਗਦੀ ਪ੍ਰਤੀਤ ਹੁੰਦੀ ਹੈ। ਚਿੱਤ ਦੇ ਸੰਸਕਾਰਾਂ ਨਾਲ ਜੁੜੇ ਲੱਖਾਂ ਹੀ ਕਾਰ ਵਿਹਾਰ ਵਿੱਚ ਕੁੱਬੇ ਨਜ਼ਰ ਆਉਂਦੇ ਹਨ, ਪਰ ਚਿੱਤ ਵਿੱਚ ਨਾਰਾਇਣ ਨੂੰ ਸਿਮਰਦੇ ਰੱਬੀ ਕਾਰ ਵਿੱਚ ਜੁਟੇ ਵਿਰਲੇ ਹੀ ਹਨ। ਗੁਰਮੁਖ ਪਿਆਰੇ ਪਾਪਾ ਮਨਮੋਹਨ ਸਿੰਘ ਜੀ ਦੀ ਲਿਵ ਆਮ ਤੌਰ 'ਤੇ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜੀ ਰਹਿੰਦੀ ਅਤੇ ਉਹ ਖਿੜਾਓ ਵਿੱਚ ਰਹਿੰਦੇ। ਆਪ ਜੀ ਦੇ ਸਨਮੁਖ ਹੋਣ ਵਾਲੇ ਵਿਅਕਤੀ ਵੀ ਇੱਕ ਅਲੌਕਿਕ ਆਨੰਦ ਪ੍ਰਾਪਤ ਕਰਦੇ। ਆਪ ਇਸ ਗੱਲ ਨੂੰ ਵੀ ਸਦਾ ਯਾਦ ਰੱਖਦੇ, ਬਾਰ-ਬਾਰ ਦੁਹਰਾਉਂਦੇ ਕਿ ਇਹ ਖੇੜੇ ਦੀ ਜੁਗਤ ਉਹਨਾਂ ਗੁਰੂ ਨਾਨਕ ਦੇਵ ਜੀ ਦੇ ਬਖਸ਼ੇ ਹੋਏ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਸੰਗਤ ਅਤੇ ਕਿਰਪਾ ਦ੍ਰਿਸ਼ਟੀ ਤੋਂ ਪ੍ਰਾਪਤ ਕੀਤੀ ਹੈ। ਗੁਰਬਾਣੀ ਦੇ ਪਾਠ ਅਤੇ ਵਿਚਾਰ ਦੇ ਨਾਲ-ਨਾਲ ਭਾਈ ਸਾਹਿਬ ਜੀ ਦੀਆਂ ਰਚਨਾਵਾਂ ਦਾ ਅਧਿਐਨ ਵੀ ਉਹਨਾਂ ਕੀਤਾ ਹੋਇਆ ਸੀ। ਭਾਈ ਸਾਹਿਬ ਜੀ ਦੀਆਂ ਲਿਖਤਾਂ ਦੇ ਹਵਾਲੇ ਨਾਲ ਗੁਰੂ ਘਰ ਦੀ ਸਿਫਤ ਸਲਾਹੁਤਾ ਕਰਦੇ ਰਹਿੰਦੇ, ਹਰ ਪਲ ਹਰ ਸਵਾਸ। ਅੱਜ ਉਹ ਗੁਰਮੁਖ ਪਿਆਰੇ ਪਾਪਾ ਮਨਮੋਹਨ ਸਿੰਘ ਜੀ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਵਿਰਾਜੇ ਹਨ। ਜਨਵਰੀ 14, 1983 ਵਾਲੇ ਦਿਨ ਜਦੋਂ ਸੂਰਜ ਪੱਛਮ ਦੀ ਗੋਦੀ ਵਿੱਚ ਮੂੰਹ ਲੁਕਾਉਣ ਲੱਗਾ ਸੀ, ਆਪ ਜੀ ਪੌੜੀਆਂ ਤੋਂ ਜ਼ਰਾ ਤਿਲਕ ਗਏ। ਮਾਹੌਲ ਤਰਬਕ ਗਿਆ ਅਤੇ ਸਭ ਪਾਸੇ ਚਿੰਤਾ ਦੀ ਲਹਿਰ ਦੌੜ ਗਈ। ਆਪ ਦੀ ਸਿਹਤਯਾਬੀ ਲਈ ਨੇਤਰ ਅਰਦਾਸ ਵਿੱਚ ਜੁੜਨ ਲੱਗੇ, ਬੁੱਲ੍ਹ ਪ੍ਰਾਰਥਨਾ ਵਿੱਚ ਫਰਕਣ ਲੱਗੇ, ਪਰ ਜੋ ਕਰਤਾਰ ਨੇ ਧੁਰੋਂ ਲਿਖਿਆ ਹੈ ਉਸ ਵਿੱਚ ਰਾਈ ਜਾਂ ਤਿਲ ਦਾ ਵੀ ਫਰਕ ਨਹੀਂ ਪੈਂਦਾ। ਪੰਜ ਭੌਤਿਕ ਸਰੀਰ ਤੋਂ ਰੂਹ ਉਡਾਰੀ ਲਾ ਗਈ ਅਤੇ ਬਿਰਾਜੀ ਉਹਨਾਂ ਚਰਨਾਂ ਵਿੱਚ ਜਿਨ੍ਹਾਂ ਦਾ ਧਿਆਨ ਹਰ ਪਲ ਹਰ ਸਵਾਸ ਉਹ ਕਰਦੇ ਰਹਿੰਦੇ ਸਨ। ਸੰਬੰਧੀ, ਹਮਦਰਦ ਅਤੇ ਨਿਕਟਵਰਤੀ ਸਭ ਸ਼ੋਕਗ੍ਰਸਤ ਹੋਏ ਉਹਨਾਂ ਦੇ ਅੰਤਿਮ ਦਰਸ਼ਨਾਂ ਲਈ ਜੁੜਦੇ ਗਏ। ਪਰਿਵਾਰ ਵਿੱਚ ਇਹ ਵਿਛੋੜਾ ਅਸਹਿ ਸੀ। ਦਿਲ ਉਸ ਹਰਕਤ ਨੂੰ, ਉਸ ਖਿੜਾਓ ਅਤੇ ਉਸ ਰੂਹਾਨੀ ਲਹਿਰ ਨੂੰ ਭਾਲਦਾ ਸੀ ਜੋ ਇਹ ਸਰੀਰ ਅੰਦਰੋਂ ਪ੍ਰਵਾਸ ਕਰ ਗਈ ਸੀ। ਗੁਰਮੁਖ ਪਿਆਰੇ ਪਾਪਾ ਮਨਮੋਹਨ ਸਿੰਘ ਜੀ ਸ਼ਖਸੀਅਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਰੰਗ ਵਿੱਚ ਪੂਰਨ ਤੌਰ 'ਤੇ ਰੰਗੀ ਹੋਈ ਸੀ। ਉਹ ਐਬਟਾਬਾਦ ਵਿੱਚ ਜੰਮੇ, ਪਲੇ ਤੇ ਵੱਡੇ ਹੋਏ। ਉਹਨਾਂ ਦਾ ਜਨਮ 30 ਅਪ੍ਰੈਲ 1893 ਵਿੱਚ ਹੋਇਆ। ਉਹਨਾਂ ਦੇ ਪਿਤਾ ਜੀ ਸਰਦਾਰ ਪ੍ਰੇਮ ਸਿੰਘ ਜੀ ਉੱਥੇ ਠੇਕੇਦਾਰੀ ਦਾ ਕਾਰੋਬਾਰ ਕਰਦੇ ਹੁੰਦੇ ਸਨ। ਇਹਨਾਂ ਦੇ ਵੱਡੇ ਵੀਰ ਸਰਦਾਰ ਦਮੋਦਰ ਸਿੰਘ, ਸਰਦਾਰ ਰਘੁਨੰਦਨ ਸਿੰਘ ਅਤੇ ਛੋਟਾ ਵੀਰ ਸਰਦਾਰ ਮਨੋਹਰ ਸਿੰਘ ਅਤੇ ਇੱਕ ਭੈਣ ਬੀਬੀ ਹਰਨਾਮ ਕੌਰ ਨਾਲ ਹੀ ਸਨ। ਘਰ ਦੇ ਮਾਹੌਲ ਬਾਰੇ ਆਪ ਇੱਕ ਥਾਂ ਲਿਖਦੇ ਹਨ ਕਿ ਉਹਨਾਂ ਦਾ ਪਰਿਵਾਰ ਭਾਵੇਂ ਸਿੱਖ ਪਰਿਵਾਰ ਸੀ, ਪਰ ਪਿਤਾ ਜੀ ਦੇ ਵਿਚਾਰ ਸਨਾਤਨੀ ਸਨ। ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ, ਪਰ ਪਿਤਾ ਜੀ ਘਰ ਵਿੱਚ ਕਥਾ ਰਮਾਇਣ ਦੀ ਕੀਤਾ ਕਰਦੇ ਸਨ ਤੇ ਸਾਰਾ ਪਰਿਵਾਰ ਬੈਠ ਕੇ ਸੁਣਦਾ, ਸਰਾਧ ਵੀ ਕਰਾਉਂਦੇ ਅਤੇ ਕਾਰ ਵਿਹਾਰ ਵਿੱਚ ਬ੍ਰਾਹਮਣ ਵੀ ਹਾਜ਼ਰ ਹੁੰਦਾ। ਪਰ ਜਿਵੇਂ ਪਰਿਵਾਰ ਅੰਦਰ ਸਿੱਖੀ ਪ੍ਰਭਾਵ ਪਰਪੱਕ ਹੋਇਆ, ਉਸ ਦੀ ਕਹਾਣੀ ਵੀ ਵਚਿੱਤਰ ਹੈ। ਆਪ ਜੀ ਦੱਸਦੇ ਹਨ, ਮੇਰੀ ਉਮਰ 10-11 ਸਾਲ ਦੀ ਹੋਵੇਗੀ ਜਦ ਕਿ 1902-1903 ਵਿੱਚ ਸਤਿਕਾਰਯੋਗ ਭਾਈ ਸਾਹਿਬ ਜੀ ਦੀਆਂ ਪੁਸਤਕਾਂ ਸੁੰਦਰੀ, ਵਿਜੇ ਸਿੰਘ ਤੇ ਕੁਝ ਹੋਰ ਟਰੈਕਟ ਪੜ੍ਹੇ। ਇਹਨਾਂ ਨੂੰ ਜਦ ਮੈਂ ਪੜ੍ਹਾਂ, ਦਿਲ ਬੜਾ ਦ੍ਰਵਣਤਾ ਵਿੱਚ ਚਲਾ ਜਾਏ। ਮੇਰੇ ਨਾਲ ਇਸ ਪਠਨ ਪਾਠਨ ਵਿੱਚ ਸਹਾਇਕ ਮੇਰੀ ਭਰਜਾਈ ਵੀਰ ਦਮੋਦਰ ਸਿੰਘ ਦੀ ਪਹਿਲੀ ਪਤਨੀ ਬੀਬੀ ਈਸ਼ਰ ਕੌਰ ਸੀ, ਜਿਸ ਦਾ ਪਤੀ ਜਾਪਾਨ ਗਿਆ ਹੋਇਆ ਸੀ। ਉਸ ਦੇ ਹਿਰਦੇ ਵਿੱਚ ਬਿਰਹਾ ਦੀ ਪੀੜ ਸੀ, ਜਿਸ ਨੂੰ ਇਹ ਸਾਹਿਤ ਠੰਡਾ ਪਾਉਂਦਾ ਸੀ। ਅਸੀਂ ਆਖੀਏ, ਐਸੀਆਂ ਕਿਤਾਬਾਂ ਕੌਣ ਲਿਖ ਰਹੇ ਹਨ? ਉੱਪਰ ਨਾਮ ਕਿਸੇ ਦਾ ਨਹੀਂ, ਪਰ ਬਿਨਾਂ ਨਾਮ ਪਤੇ ਦੇ ਸਾਡੇ ਦਿਲਾਂ ਨੂੰ ਲੇਖਕ ਜੀ ਦੇ ਦਰਸ਼ਨਾਂ ਦੀ ਧੂ ਪਵੇ। ਉਹਨਾਂ ਦਿਨਾਂ ਵਿੱਚ ਸਰਦਾਰ ਤੇਜਾ ਸਿੰਘ ਜੀ ਪੋਸਟ ਮਾਸਟਰ, ਜੋ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਭਣਵੱਈਏ ਸਨ, ਐਬਟਾਬਾਦ ਵਿੱਚ ਹੀ ਲੱਗੇ ਹੋਏ ਸਨ। ਸਹਿ ਸੁਭਾਅ ਉਹਨਾਂ ਨਾਲ ਗੱਲ ਹੋਈ ਤਾਂ ਉਹਨਾਂ ਨੇ ਬੜੇ ਸਤਿਕਾਰ ਤੇ ਮਾਣ ਨਾਲ ਦੱਸਿਆ ਕਿ ਇਹਨਾਂ ਪੁਸਤਕਾਂ ਦੇ ਲੇਖਕ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹਨ, ਜੋ ਅੰਮ੍ਰਿਤਸਰ ਜੀ ਨਿਵਾਸ ਰੱਖਦੇ ਹਨ। ਨਾਮ ਸੁਣਦਿਆਂ ਅਗੰਮੀ ਧੂ ਪਈ ਕਿ ਕਿਵੇਂ ਇਹਨਾਂ ਦੇ ਦਰਸ਼ਨ ਕਰੀਏ। ਦਰਸ਼ਨ ਕਰਨ ਦੀ ਸਿੱਖ ਨੇ ਭਾਈ ਸਾਹਿਬ ਦੇ ਸਾਹਿਤ ਨੂੰ ਪੂਰੀ ਤਰ੍ਹਾਂ ਵਾਚਣ ਅਤੇ ਮਾਨਣ ਦੀ ਇੱਛਾ ਹੋਰ ਤੀਬਰ ਕਰ ਦਿੱਤੀ। ਖਾਲਸਾ ਸਮਾਚਾਰ ਅਤੇ ਟਰੈਕਟ ਜਦੋਂ ਘਰ ਵਿੱਚ ਪੜ੍ਹੇ ਜਾਣ ਲੱਗੇ ਤਾਂ ਘਰ ਦਾ ਵਾਤਾਵਰਨ ਹੀ ਬਦਲ ਗਿਆ। ਉਹਨਾਂ ਦੇ ਪਿਤਾ ਜੀ ਦੀ ਨਜ਼ਰ ਕਮਜ਼ੋਰ ਸੀ, ਇਸ ਲਈ ਉਹ ਪਾਪਾ ਮਨਮੋਹਨ ਸਿੰਘ ਹੋਰਾਂ ਨੂੰ ਕਹਿੰਦੇ ਕਿ ਪੜ੍ਹ ਕੇ ਸੁਣਾਵੇ। ਇਸ ਪ੍ਰਕਾਰ ਉਹਨਾਂ ਦੇ ਮਨ ਦੀ ਇੱਕ ਇੱਛਾ ਪੂਰੀ ਹੋਈ, ਜੋ ਉਹਨਾਂ ਪਿਤਾ ਜੀ ਸਰਦਾਰ ਪ੍ਰੇਮ ਸਿੰਘ ਜੀ ਨੂੰ ਖਾਲਸਾ ਟਰੈਕਟ ਸੁਸਾਇਟੀ ਦੇ ਕਈ ਟਰੈਕਟ ਪੜ੍ਹ ਕੇ ਸੁਣਾਏ। ਸਿੱਖਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਦਿਲ ਤੇ ਡੂੰਘੀ ਛਾਪ ਲਾਈ ਜਾਣ। ਸਿੱਖੀ ਦੀ ਮਹਾਨਤਾ ਸੁਣ ਕੇ ਉਹ ਦਰਵ ਹੋ ਜਾਣ। ਅੱਖੀਆਂ ਵਿੱਚ ਭਾਵੁਕਤਾ ਦੇ ਮੋਤੀ ਛਲਕਣ। ਪਰਿਵਾਰ ਅੰਦਰ ਇਸ ਗੁਰਸਿੱਖੀ ਦੇ ਪ੍ਰਭਾਵ ਸਦਕਾ
ਪਾਪਾ ਮਨਮੋਹਨ ਸਿੰਘ ਜੀ ਅੰਦਰ ਭਾਈ ਸਾਹਿਬ ਜੀ ਦੀ ਸ਼ਖਸੀਅਤ ਲਈ ਅਮੁੱਕ ਪਿਆਰ ਉਮੜਿਆ, ਪਰ ਕੋਈ ਤਦਬੀਰ ਅਜਿਹੀ ਨਾ ਬਣੇ ਜਿਸ ਨਾਲ ਸੰਪਰਕ ਹੋ ਸਕੇ। ਪਰ ਵਿਧਾਤਾ ਦੇ ਰੰਗ ਵੀ ਨਿਆਰੇ ਹਨ। ਸਮਾਂ ਬਣਿਆ ਜੋ ਸਾਲਾਂ ਬਦੀ ਧੁਰ ਅੰਦਰ ਲੱਗੀ ਲਟਕ ਰੂਪਮਾਨ ਹੋਣ ਲੱਗੀ। ਪਾਪਾ ਮਨਮੋਹਨ ਸਿੰਘ ਜੀ ਦੀ ਡਾਇਰੀ ਦੇ ਪੰਨਿਆਂ ਵਿੱਚ ਇਸ ਘਟਨਾ ਦਾ ਵਰਣਨ ਇਸ ਪ੍ਰਕਾਰ ਹੈ। ਸਤਿਗੁਰੂ ਦੀ ਮਿਹਰ ਹੋਈ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। 1911 ਵਿੱਚ ਮੈਨੂੰ ਪਿਤਾ ਜੀ ਨੇ ਕੋਹਮਰੀ ਭੇਜਿਆ। ਮੈਂ ਮਾਲ ਰੋਡ ਤੇ ਰਿਹਾਇਸ਼ ਰੱਖੀ। ਸਰਦਾਰ ਸੁੰਦਰ ਸਿੰਘ ਜੀ ਮਜੀਠੀਏ, ਸਤਿਕਾਰਯੋਗ ਭਾਈ ਸਾਹਿਬ, ਸਰਦਾਰ ਤਿਰਲੋਚਨ ਸਿੰਘ ਜੀ, ਮਹੰਤ ਤਖਤ ਸਿੰਘ ਜੀ ਤੇ ਡਾਕਟਰ ਦੀਵਾਨ ਸਿੰਘ ਜੀ ਦੁੱਗਲ ਤੇ ਹੋਰ ਬਹੁਤ ਸਾਰੇ ਸੱਜਣ ਚੀਫ ਖਾਲਸਾ ਦੀਵਾਨ ਦੇ ਕੋਹਮਰੀ ਪਹੁੰਚੇ ਤੇ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਦੀ ਕੋਠੀ ਠਹਿਰੇ। ਸ਼ਾਮ ਨੂੰ ਰੋਜ਼ ਇਹ ਸਾਰੇ ਸੱਜਣ ਸੈਰ ਲਈ ਮਿੱਡੀ ਪੁਆਇੰਟ ਦੇ ਪਾਸ ਜਾਂਦੇ ਹੁੰਦੇ ਸਨ। ਦਾਸ ਅਤੇ ਹੋਰ ਕਈ ਆਦਮੀ ਡਾਕਟਰ ਜਗਤ ਸਿੰਘ ਦੀ ਦੁਕਾਨ ਤੇ ਖੜੇ ਹੁੰਦੇ ਸਨ। ਅਸੀਂ ਇੱਕ ਦੂਜੇ ਨੂੰ ਪੁੱਛੀਏ ਕਿ ਇਹ ਮਾਨਯੋਗ ਸੱਜਣ ਕੌਣ ਹਨ। ਵਾਕਫ ਸੱਜਣ ਇਸ਼ਾਰਾ ਕਰ ਕਰ ਦੱਸਣ ਕਿ ਇਹ ਫਲਾਣਾ ਸਰਦਾਰ ਹੈ ਤੇ ਉਹ ਫਲਾਣਾ। ਜਦੋਂ ਉਸਨੇ ਦੱਸਿਆ ਕਿ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹਨ, ਤਦੋਂ ਮੈਨੂੰ ਬੜੀ ਖੁਸ਼ੀ ਹੋਈ। ਉਹਨਾਂ ਲਈ ਸਤਿਕਾਰ ਤੇ ਖਿੱਚ ਤਾਂ ਪਹਿਲੇ ਹੀ ਮੌਜੂਦ ਸੀ। ਦੂਰ ਖੜੇ ਹੀ ਨੈਣ ਬੰਦ ਕਰਕੇ ਨਮਸਕਾਰ ਕੀਤੀ। ਅੱਗੋਂ ਰੋਜ਼ ਹੀ ਜਦੋਂ ਉਹਨਾਂ ਨੇ ਉੱਥੋਂ ਦੀ ਲੰਘਣਾ, ਅਸਾਂ ਦਰਸ਼ਨ ਕਰਨੇ ਤਾਂ ਸਤਿਕਾਰ ਭਰੇ ਨੈਣਾਂ ਨਾਲ ਨਮਸਕਾਰ ਕਰਨੀ। ਜਦੋਂ ਪਾਪਾ ਮਨਮੋਹਨ ਸਿੰਘ ਜੀ ਦੀ ਉਮਰ 12 ਸਾਲ ਦੀ ਸੀ, ਉਹਨਾਂ ਨੂੰ ਬੁਖਾਰ ਹੋ ਗਿਆ ਜੋ ਠੀਕ ਹੋਣ ਵਿੱਚ ਨਹੀਂ ਆਉਂਦਾ ਸੀ। ਇਹ ਬਿਮਾਰੀ 18-19 ਸਾਲ ਦੀ ਉਮਰ ਤੱਕ ਵੀ ਚਲਦੀ ਰਹੀ। ਇਸੇ ਕਾਰਨ ਉਹਨਾਂ ਨੂੰ ਕਈ ਪਹਾੜਾਂ ਅਤੇ ਸਮੁੰਦਰ ਕੰਢੇ ਦੇ ਪੌਣ ਪਾਣੀ ਦੀ ਸੈਰ ਲਈ ਭੇਜਿਆ ਜਾਂਦਾ ਸੀ। ਉਹਨਾਂ ਦੇ ਪਿਤਾ ਜੀ ਦਾ ਇਸ ਲਾਡਲੇ ਨਾਲ ਬਹੁਤ ਪਿਆਰ ਸੀ ਅਤੇ ਕਦੇ ਇਹਨਾਂ ਨੂੰ ਨੱਥਿਆਂ ਗਲੀ, ਕਦੀ ਕੋਹਮਰੀਟ, ਕਦੀ ਕਰਾਚੀ, ਸਮੁੰਦਰ ਕੰਢੇ ਡਾਕਟਰ ਦੀ ਸਲਾਹ ਨਾਲ ਭੇਜਦੇ ਰਹਿੰਦੇ ਸਨ। ਜਦੋਂ ਪਹਿਲੀ ਵਾਰ ਭਾਈ ਸਾਹਿਬ ਜੀ ਨਾਲ ਜਾਣ ਪਛਾਣ ਦਾ ਅਵਸਰ ਮਿਲਿਆ ਤਾਂ ਉਸ ਸਮੇਂ ਦੀ ਯਾਦ ਅਤੇ ਭਾਈ ਸਾਹਿਬ ਜੀ ਦੇ ਕਹੇ ਹੋਏ ਵਾਕ, ਜਿਨ੍ਹਾਂ ਨੂੰ ਆਪ ਕਈ ਵਾਰ ਦੁਹਰਾਉਂਦੇ ਰਹੇ, ਉਸ ਮਿਲਣੀ ਬਾਰੇ ਇਉਂ ਹਨ। ਕੁਝ ਦਿਨ ਬੀਤੇ ਤਦੋਂ ਅਸੀਂ ਇੱਕ ਪਾਰਟੀ ਕੋ ਲੰਡਨਾਂ ਦੀ ਬਾਵਲੀ ਪਰ ਪਿਕਨਿਕ ਕਰਨ ਗਏ ਹੋਏ ਸਨ। ਕੁਦਰਤਨ ਇਹ ਸਰਦਾਰਾਂ ਦੀ ਪਾਰਟੀ ਵੀ ਸੈਰ ਕਰਦੇ ਕਰਦੇ ਬਾਵਲੀ ਪਰ ਪਹੁੰਚ ਗਈ। ਬਾਵਲੀ ਦਾ ਪਾਣੀ ਬੜਾ ਠੰਡਾ ਸੀ। 2-4 ਮਿੰਟ ਹੀ ਆਦਮੀ ਪਾਣੀ ਦੀ ਧਾਰ ਹੇਠ ਹੱਥ ਰੱਖ ਸਕਦਾ ਸੀ। ਘੜੀ ਵੇਖ ਕੇ ਸਾਰੇ ਵਾਰੀ-ਵਾਰੀ ਪਾਣੀ ਹੇਠ ਹੱਥ ਰੱਖਦੇ ਰਹੇ। ਸਤਿਕਾਰਯੋਗ ਭਾਈ ਸਾਹਿਬ ਜੀ ਇੱਕ ਪਾਸੇ ਡਾਕਟਰ ਦੀਵਾਨ ਸਿੰਘ ਜੀ ਦੇ ਨਾਲ ਖੜੇ ਸਨ। ਡਾਕਟਰ ਜੀ ਨੇ ਅਸਾਂ ਤਿੰਨਾਂ ਬਾਰੇ ਪਿਆਰੇ ਭਾਈ ਸਾਹਿਬ ਜੀ ਨੂੰ ਦੱਸਿਆ ਕਿ ਇਹ ਕੌਣ ਹਨ। ਮੇਰੀ ਬਾਬਤ ਦੱਸਿਆ ਕਿ ਇਹ ਐਬਟਾਬਾਦ ਤੋਂ ਆਇਆ ਹੈ, ਚੋਖੇ ਚਿਰ ਤੋਂ ਬਿਮਾਰ ਰਹਿੰਦਾ ਹੈ। ਮੈਂ ਵੀ ਮੁਆਇਨਾ ਕੀਤਾ ਹੈ, ਇਲਾਜ ਜਾਰੀ ਹੈ, ਪਰ ਇਸ ਦੀ ਬਿਮਾਰੀ ਅਜੇ ਰੁਕੀ ਨਹੀਂ। ਇਹ ਗੱਲ ਤੱਕ ਕਿ ਅਸਾਂ ਜੋ ਫਲ, ਅੰਗੂਰ, ਬੱਗੂ ਗੋਸ਼ੇ ਆਦਿ ਨਾਲ ਲੈ ਗਏ ਸਾਂ, ਬਾਵਲੀ ਦੇ ਜਲ ਨਾਲ ਧੋ ਕੇ ਥਾਲ ਵਿੱਚ ਪਾ ਕੇ ਸਭ ਤੋਂ ਪਹਿਲਾਂ ਸਰਦਾਰ ਸੁੰਦਰ ਸਿੰਘ ਜੀ ਮਜੀਠੀਆ ਦੇ ਪੇਸ਼ ਕੀਤੇ, ਪਰ ਉਹ ਨਾ ਕਰਦੇ ਰਹੇ। ਪਿਆਰੇ ਭਾਈ ਸਾਹਿਬ ਜੀ ਵੀ ਪਾਸ ਖੜੇ ਸਨ। ਤਰੁੱਠੇ ਤੇ ਸਰਦਾਰ ਜੀ ਨੂੰ ਕਹਿਣ ਲੱਗੇ, ਕਾਕਾ ਕਿਸ ਪਿਆਰ ਨਾਲ ਧੋ ਕੇ ਫਲ ਲਿਆਇਆ ਹੈ, 2-2 ਦਾਣੇ ਲੈ ਲਵੋ। ਤਦ ਸਰਦਾਰ ਜੀ ਨੇ ਲੈ ਲਿੱਤੇ ਤੇ ਫਿਰ ਭਾਈ ਸਾਹਿਬ ਜੀ ਨੇ ਲਿੱਤੇ ਤੇ ਮਗਰੋਂ ਹੋਰ ਸਾਰਿਆਂ ਨੇ ਲਏ। ਪਿੱਛੋਂ ਕਈ ਵਾਰ ਮਜ਼ਾਕ ਨਾਲ ਭਾਈ ਸਾਹਿਬ ਜੀ ਦਾਸ ਨੂੰ ਕਿਹਾ ਕਰਦੇ ਸਨ, ਇਸ ਮੁੰਡੇ ਨੇ ਇੱਕ ਬੱਗੂ ਗੋਸ਼ਾ ਦੇ ਕੇ ਸਾਨੂੰ ਠੱਗ ਲਿਆ। ਮੇਰੀ ਮੁਲਾਕਾਤ ਪਾਪਾ ਮਨਮੋਹਨ ਸਿੰਘ ਜੀ ਨਾਲ ਲਾਹੌਰ ਅਨਾਰਕਲੀ ਬਾਜ਼ਾਰ ਵਿੱਚ ਉਹਨਾਂ ਦੇ ਕੈਲਾਸ਼ ਹੋਟਲ ਵਿੱਚ ਅੱਜ ਤੋਂ 50-52 ਵਰ੍ਹੇ ਪਹਿਲਾਂ ਹੋਈ ਸੀ। ਇਹ ਸਿਰਫ ਰਸਮੀ ਅਤੇ ਪਰਸਪਰ ਸਤਿਕਾਰ ਤੋਂ ਵੱਧ ਨਹੀਂ ਸੀ। 1942 ਵਿੱਚ ਮੈਂ ਫੌਜ ਵਿੱਚ ਚਲਾ ਗਿਆ। 1950 ਵਿੱਚ ਦਿੱਲੀ ਬਦਲੀ ਹੋਈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਦੋਂ ਦਿੱਲੀ ਆਉਂਦੇ ਤਾਂ ਉਹ ਆਪਣੇ ਸੁਭਾਅ ਅਨੁਸਾਰ ਹਰ ਸ਼ਾਮ ਹਵਾਖੋਰੀ ਜ਼ਰੂਰ ਕਰਦੇ। ਇਸ ਤਰ੍ਹਾਂ ਮੋਟਰ ਵਿੱਚ ਸੈਰ ਕਰਦੇ ਕਰਦੇ ਸ਼ਾਮ ਨੂੰ ਮੇਰੇ ਵੱਲ ਵੀ ਆ ਜਾਂਦੇ ਅਤੇ ਕੁਝ ਸਮਾਂ ਉਹਨਾਂ ਦੀ ਸੰਗਤ ਅਤੇ ਬਚਨ ਵਿਲਾਸ ਦਾ ਮਿਲ ਜਾਂਦਾ। ਉਹਨਾਂ ਦੇ ਨਾਲ ਕਈ ਵਾਰੀ ਪਾਪਾ ਮਨਮੋਹਨ ਸਿੰਘ ਜੀ ਵੀ ਹੁੰਦੇ। ਪੁਰਾਣਾ ਲਾਹੌਰ ਦਾ ਮਿਲਾਪ ਫਿਰ ਤਾਜ਼ਾ ਹੋ ਗਿਆ। ਪਾਪਾ ਮਨਮੋਹਨ ਸਿੰਘ ਜੀ ਤਾਂ ਭਾਈ ਸਾਹਿਬ ਜੀ ਦੇ ਸੰਪਰਕ ਨਾਲ ਸਦਾ ਖਿੜੇ ਰਹਿੰਦੇ। ਇਹਨਾਂ ਮੁਲਾਕਾਤਾਂ ਨਾਲ ਕਾਫੀ ਨੇੜ ਵਧਿਆ। ਭਾਈ ਸਾਹਿਬ ਜੀ ਦੇਹਰਾਦੂਨ ਗਰਮੀਆਂ ਦੇ ਦਿਨਾਂ ਵਿੱਚ ਜਾਂਦੇ ਹੋਏ ਮੇਰੇ ਪਾਸ ਮੇਰਠ ਠਹਿਰ ਕੇ ਜਾਂਦੇ, ਜਿੱਥੇ ਮੇਰੀ ਬਦਲੀ ਹੋ ਚੁੱਕੀ ਸੀ। ਪਾਪਾ ਮਨਮੋਹਨ ਸਿੰਘ ਜੀ ਉਹਨਾਂ ਦੇ ਆਉਣ ਤੋਂ ਪਹਿਲੇ ਹੀ ਮੇਰੇ ਪਾਸ ਪਹੁੰਚ ਜਾਂਦੇ। ਵੈਸੇ ਤਾਂ ਭਾਈ ਸਾਹਿਬ ਦੇ ਪ੍ਰੋਗਰਾਮ ਦਾ ਪਤਾ ਚੱਲ ਹੀ ਜਾਂਦਾ ਸੀ, ਪਰ ਪਾਪਾ ਮਨਮੋਹਨ ਸਿੰਘ ਤੇ ਦੰਪਤੀ ਦਾ ਆਉਣਾ ਇਹ ਦਰਸਾ ਦਿੰਦਾ ਕਿ ਭਾਈ ਸਾਹਿਬ ਜੀ ਆਉਣ ਵਾਲੇ ਹਨ। ਦੋਹਾਂ ਦੀ ਸੰਗਤ ਵਿੱਚ ਇੱਕ ਅਨੋਖਾ ਆਨੰਦ ਪ੍ਰਤੀਤ ਹੁੰਦਾ ਸੀ। ਸਾਰੇ ਮਿਲ ਕੇ ਭਾਈ ਸਾਹਿਬ ਦੇ ਸਵਾਗਤ ਲਈ ਘਰ ਨੂੰ ਸੋਹਣਾ ਬਣਾਉਂਦੇ।
ਪਾਪਾ ਮਨਮੋਹਨ ਸਿੰਘ ਜੀ ਪਾਸ ਤਾਂ ਭਾਈ ਸਾਹਿਬ ਜੀ ਨਾਲ ਮਿਲਣੀਆਂ ਦਾ ਅਟੁੱਟ ਭੰਡਾਰ ਸੀ। ਘੰਟਿਆਂ ਬਦੀ ਚਿਹਰੇ ਤੇ ਗੰਭੀਰਤਾ, ਅੱਖਾਂ ਵਿੱਚ ਸੱਜਲਤਾ ਤੇ ਬੋਲ ਵਿੱਚ ਹਲੀਮੀ ਭਰ ਕੇ ਉਹ ਭਾਈ ਸਾਹਿਬ ਜੀ ਸੰਬੰਧੀ ਗੱਲਾਂ ਕਰਦੇ ਨਾ ਥੱਕਦੇ। ਜਿਸ ਗੁਰਮੁਖ ਦੇ ਹਸਤਕਵਲਾਂ ਨੇ ਪਾਪਾ ਜੀ ਦਾ ਦੁੱਖ ਯੁਵਕ ਅਵਸਥਾ ਵਿੱਚ ਦੂਰ ਕੀਤਾ ਸੀ, ਉਸ ਨੂੰ ਸਦਾ ਇਉਂ ਯਾਦ ਕਰਦੇ। ਕੁਝ ਦਿਨਾਂ ਪਿੱਛੋਂ ਸਰਦਾਰ ਤੇਜਾ ਸਿੰਘ ਜੀ पोस्ट मास्टर बाड़िया कोमरी थी 6 साल नथिया गली ਦੀ ਸੜਕ ਪਰ पोस्ट मास्टर ਆ ਲੱਗੇ। ਉੱਥੋਂ ਉਹ ਕੋਮਰੀ ਸਤਿਕਾਰਯੋਗ ਭਾਈ ਸਾਹਿਬ ਜੀ ਨੂੰ ਮਿਲਣ ਲਈ ਆਏ ਤੇ ਆ ਕੇ ਦਾਸ ਪਾਸ ਠਹਿਰੇ। ਭਾਈ ਸਾਹਿਬ ਜੀ ਨੂੰ ਮਿਲਣ ਲਈ ਚੱਲੇ ਤਾਂ ਮੈਂ ਵੀ ਬੇਨਤੀ ਕੀਤੀ ਕਿ ਮੈਨੂੰ ਵੀ ਲੈ ਚੱਲੋ। ਅਸੀਂ ਦੋਵੇਂ ਸਰਦਾਰ ਮਜੀਠੀਆ ਜੀ ਦੀ ਕੋਠੀ ਪਹੁੰਚੇ। ਆਪ ਜੀ ਵਰਾਂਡੇ ਵਿੱਚ ਆ ਕੇ ਮਿਲੇ, ਕੁਰਸੀਆਂ ਪਰ ਬੈਠ ਗਏ। ਸਰਦਾਰ ਤੇਜਾ ਸਿੰਘ ਨੇ ਮੇਰੀ ਜਾਣ ਪਛਾਣ ਕਰਾਈ ਕਿ ਇਹ ਮੇਰੇ ਚਾਚਾ ਪ੍ਰੇਮ ਸਿੰਘ ਜੀ ਦਾ ਲੜਕਾ ਹੈ, ਬਿਮਾਰ ਰਹਿੰਦਾ ਹੈ, ਇਸ ਲਈ ਇੱਥੇ ਹਵਾ ਬਦਲੀ ਲਈ ਆਇਆ ਹੋਇਆ ਹੈ। ਮੈਂ ਇਸੇ ਪਾਸ ਹੀ ਠਹਿਰਿਆ ਹਾਂ। ਪਿਆਰੇ ਭਾਈ ਸਾਹਿਬ ਜੀ ਨੇ ਸਰਦਾਰ ਤੇਜਾ ਸਿੰਘ ਜੀ ਤੋਂ ਪੁੱਛਿਆ, ਬਾਣੀ ਪੜ੍ਹਦੇ ਹੋ? ਉਹਨਾਂ ਨੇ ਕਿਹਾ, ਜੀ ਕਦੀ ਕਦੀ ਪੜ੍ਹਦਾ ਹਾਂ, ਸ਼ੁਰੂ ਕਰਦਾ ਹਾਂ, ਕੁਝ ਦਿਨ ਪੜ੍ਹਦਾ ਹਾਂ, ਫਿਰ ਜੀ ਉਚਾਟ ਹੋ ਜਾਂਦਾ ਹੈ, ਆਲਸ ਆ ਜਾਂਦਾ ਹੈ ਤਾਂ ਛੱਡ ਦਿੰਦਾ ਹਾਂ। ਆਪ ਨੇ ਫਰਮਾਇਆ, ਤੇਜਾ ਸਿੰਘ ਜੀ, ਕੱਪੜਾ ਮੈਲਾ ਹੋ ਜਾਂਦਾ ਹੈ, ਉਸ ਨੂੰ ਧੋਣ ਲਈ ਸਾਬਣ ਲਾਈਦਾ ਹੈ। ਜਦੋਂ ਸਾਬਣ ਕੱਪੜੇ ਵਿੱਚ ਹੁੰਦਾ ਹੈ, ਕੱਪੜਾ ਪਹਿਲੀ ਹਾਲਤ ਤੋਂ ਵੀ ਮੈਲਾ ਦਿਸਦਾ ਹੈ। ਕੋਈ ਆਪ ਜੈਸਾ ਆਦਮੀ ਹੋਵੇ ਤਾਂ ਅੱਗੇ ਨਾਲੋਂ ਵੀ ਮੈਲਾ ਕੱਪੜਾ ਦੇਖ ਕੇ ਘਬਰਾ ਜਾਵੇ ਤੇ ਕੱਪੜੇ ਨੂੰ ਹੀ ਚੁੱਕ ਕੇ ਬਾਹਰ ਸੁੱਟ ਦੇਵੇ। ਤਦੋਂ ਵੇਖੋ, ਕੱਪੜਾ ਵੀ ਗਿਆ ਤੇ ਉਸ ਪਰ ਲਾਇਆ ਸਾਬਣ ਵੀ ਗਿਆ, ਨਾਲੇ ਮਿਹਨਤ ਅਜਾਈ ਗਈ। ਜੇ ਕੋਈ ਮੱਤ ਦੇਵੇ ਕਿ ਨਾ ਭਾਈ, ਕੱਪੜਾ ਸੁੱਟੋ ਨਹੀਂ, ਹੋਰ ਕੋਸ਼ਿਸ਼ ਕਰੋ, ਕੱਪੜੇ ਨੂੰ ਮੁੱਕੀਆਂ ਮਾਰ ਕੇ ਕੁੱਟੋ, ਸਾਫ਼ ਪਾਣੀ ਪਾ ਕੇ ਸਾਬਣ ਵਾਲਾ ਮੈਲਾ ਪਾਣੀ ਕੱਢ ਦਿਓ, ਕੱਪੜਾ ਸਾਫ਼ ਹੋ ਕੇ ਖੁੰਭ ਵਾਂਗੂ ਚਿੱਟਾ ਹੋ ਜਾਏਗਾ। ਐਸੇ ਤਰ੍ਹਾਂ ਤੁਸੀਂ ਜਦੋਂ ਬਾਣੀ ਦੇ ਪਾਸੇ ਲੱਗਦੇ ਹੋ, ਮਨ ਤੋਂ ਪਾਪ ਕਰਮਾਂ ਦੀ ਮੈਲ ਉਤਰਨੀ ਸ਼ੁਰੂ ਹੁੰਦੀ ਹੈ। ਆਪ ਨੂੰ ਚਿੱਤ ਜ਼ਿਆਦਾ ਮੈਲਾ ਜਾਪਦਾ ਹੈ, ਤੁਸੀਂ ਬਜਾਏ ਉਦਮ ਕਰਕੇ ਲੱਗੇ ਰਹਿਣ ਦੇ ਬਾਣੀ ਪੜ੍ਹਨੀ ਹੀ ਛੋੜ ਦਿੰਦੇ ਹੋ। ਅਥਵਾ ਸਾਡੇ ਮਾੜੇ ਕਰਮ ਜਿਨ੍ਹਾਂ ਨੇ ਅੰਦਰ ਡੇਰਾ ਲਾਇਆ ਹੋਇਆ ਹੈ, ਉਹ ਪੇਸ਼ ਨਹੀਂ ਚੱਲਣ ਦਿੰਦੇ। ਜਦੋਂ ਤੁਸੀਂ ਬਾਣੀ ਦੇ ਪਾਸੇ ਲੱਗਦੇ ਹੋ, ਉਹ ਮਾੜੇ ਕਰਮ ਸਮਝਦੇ ਹਨ ਇਹ ਸਾਡੇ ਰਾਜ ਵਿੱਚੋਂ ਨਿਕਲ ਚੱਲਿਆ ਹੈ, ਸੋ ਉਹ ਜ਼ੋਰ ਪਾਉਂਦੇ ਹਨ ਕਿ ਇਸ ਨੂੰ ਆਪਣੇ ਅਧੀਨ ਹੀ ਰੱਖੀਏ। ਤੁਸੀਂ ਘਾਬਰ ਕੇ ਬਾਣੀ ਛੋੜ ਦਿੰਦੇ ਹੋ। ਸੋ ਭਾਈ, ਚੇਤਨ ਹੋ ਕੇ ਤੇ ਉਦਮ ਕਰਕੇ ਬਾਣੀ ਦੇ ਪਾਸੇ ਲੱਗੇ ਰਹੋ, ਛੱਡੋ ਨਹੀਂ। ਜਦੋਂ ਬਾਣੀ ਦਾ ਸਦਕਾ ਮਨ ਧੋਤਾ ਜਾਏਗਾ, ਫਿਰ ਬਾਣੀ ਪਿਆਰੀ ਲੱਗੇਗੀ ਤੇ ਸਵਾਦ ਆਵੇਗਾ। ਇਹ ਪਹਿਲੀ ਸਿੱਖਿਆ ਸੀ ਜੋ ਪਿਆਰੇ ਜੀ ਦੇ ਮੁਖਾਰਬਿੰਦ ਹੀ ਸੁਣੀ। ਮਹਾਂਪੁਰਖ ਜੀ ਦੇ ਮਿੱਠੇ ਉਪਦੇਸ਼ ਦਾ ਇਹ ਅਸਰ ਹੋਇਆ ਕਿ ਫਿਰ ਸਰਦਾਰ ਤੇਜਾ ਸਿੰਘ ਜੀ ਨੇ ਬਾਣੀ ਆਪਣੇ ਅੰਤਮ ਸਵਾਸਾਂ ਤੱਕ ਨਹੀਂ ਛੱਡੀ ਤੇ ਮੇਰੇ ਹਿਰਦੇ ਪਰ ਵੀ ਇਹ ਸਿੱਖਿਆ ਡੂੰਘੀ ਅੰਕਿਤ ਹੋ ਗਈ। ਕੋਮਰੀ ਵਿੱਚ ਲਗਭਗ ਹਰ ਰੋਜ਼ ਸਰਦਾਰ ਜੀ ਦਾ ਮੇਲ ਭਾਈ ਸਾਹਿਬ ਨਾਲ ਹੁੰਦਾ ਰਿਹਾ ਤੇ ਉਹਨਾਂ ਦੀ ਛੋਹ ਪ੍ਰਾਪਤ ਕਰਦੇ ਰਹੇ। ਜਦੋਂ ਸਰਦਾਰ ਜੀ ਐਬਟਾਬਾਦ ਵਾਪਸ ਪਰਤੇ ਤਾਂ ਉਹਨਾਂ ਨੂੰ ਮੁੜ ਉੱਥੇ ਬੁਖਾਰ ਹੋ ਗਿਆ। ਸਰਦੀਆਂ ਸ਼ੁਰੂ ਹੋ ਗਈਆਂ ਸਨ। ਉਹ ਕਰਾਚੀ ਜਾਣ ਲਈ ਤਿਆਰ ਹੋਏ। ਕਰਾਚੀ ਜਾਂਦਿਆਂ ਅਤੇ ਵਾਪਸ ਮੁੜਦਿਆਂ ਸਰਦਾਰ ਜੀ ਨੇ ਭਾਈ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਪਾਸ ਠਹਿਰੇ। ਸਿਆਲਕੋਟ ਸਿੱਖ ਐਜੂਕੇਸ਼ਨਲ ਕਾਨਫਰੰਸ ਅਤੇ ਰਾਵਲਪਿੰਡੀ ਇੱਕ ਸ਼ਾਦੀ ਉੱਤੇ ਭਾਈ ਸਾਹਿਬ ਦੇ ਦਰਸ਼ਨ ਉਹਨਾਂ ਨੂੰ ਹੋਏ। ਭਾਈ ਸਾਹਿਬ ਐਬਟਾਬਾਦ ਸਰਦਾਰ ਲਖਮੀ ਸਿੰਘ ਦੇ ਸੱਦੇ ਤੇ ਗਏ, ਜਿੱਥੇ ਕਿ ਉਹਨਾਂ ਦੀ ਪੁੱਤਰੀ ਬੀਬੀ ਸੰਤ ਜੀ ਬੁਖਾਰ ਤੋਂ ਰਾਜ਼ੀ ਹੋਏ ਸਨ। ਇੱਕ ਹਫ਼ਤਾ ਭਾਈ ਸਾਹਿਬ ਜੀ ਤੋਂ ਉਹ ਆਨੰਦ ਮਾਣਦੇ ਰਹੇ। ਇੱਕ ਦਿਨ ਭਾਈ ਸਾਹਿਬ ਜੀ ਨੇ ਸਰਦਾਰ ਜੀ ਨੂੰ ਕਿਹਾ ਕਿ ਜਾਓ ਅਤੇ ਬੀਬੀ ਤੇਜਾ ਨੂੰ ਬੁਲਾ ਲਿਆਓ। ਸਰਦਾਰ ਜੀ ਨੇ ਉੱਤਰ ਵਿੱਚ ਆਖਿਆ, ਹੁਣ ਕਿਸ ਤਰ੍ਹਾਂ ਜਾਵਾਂ? ਉਹਨਾਂ ਦੇ ਵੱਡੇ ਵੱਡੇ ਕੁੱਤੇ ਹਨ ਜੋ ਦੂਰੋਂ ਪੈ ਜਾਂਦੇ ਹਨ, ਡਰ ਲੱਗਦਾ ਹੈ। ਭਾਈ ਸਾਹਿਬ ਨੇ ਬਚਨ ਕੀਤਾ ਕਿ ਜਾਓ, ਫਰਿਸ਼ਤੇ ਤੇਰੀ ਰਾਖੀ ਕਰਨਗੇ, ਗੁਰੂ ਭਰੋਸਾ ਰੱਖ ਕੇ ਜਾਓ। ਸਰਦਾਰ ਜੀ ਚਲੇ ਗਏ ਅਤੇ ਬੁਲਾ ਕੇ ਲੈ ਆਏ ਅਤੇ ਫਿਰ ਮੁੜ ਕੇ ਛੋੜ ਵੀ ਆਏ। ਵਾਹਿਗੁਰੂ ਦੇ ਰੰਗ, ਜਾਂਦਿਆਂ ਆਉਂਦਿਆਂ ਉਹਨਾਂ ਨੂੰ ਕੋਈ ਕੁੱਤਾ ਨਾ ਮਿਲਿਆ। ਸਵੇਰੇ ਨੂੰ ਭਾਈ ਸਾਹਿਬ ਜਦੋਂ ਐਬਟਾਬਾਦ ਤੋਂ ਰਵਾਨਾ ਹੋਏ ਤਾਂ ਸਰਦਾਰ ਜੀ ਉਹਨਾਂ ਦੇ ਨਾਲ ਥਾਈਂ ਤੱਕ ਗਏ। ਜਦੋਂ ਅਲੱਗ ਹੋਣ ਲੱਗੇ ਤਾਂ ਸਰਦਾਰ ਜੀ ਤੋਂ ਪੁੱਛਿਆ ਕਿ ਕੀ ਉਹਨਾਂ ਦੇ ਪਾਸ ਕੋਈ ਨਿੱਜੇ ਰੁਪਏ ਹੁੰਦੇ ਹਨ। ਉੱਤਰ ਵਿੱਚ ਉਹਨਾਂ ਨੇ ਕਿਹਾ ਕਿ ਜੀ ਘੱਟ ਹੀ ਹੁੰਦੇ ਹਨ। ਆਪ ਨੇ ਆਪਣੇ ਕਿੱਸੇ ਵਿੱਚੋਂ ਚਾਂਦੀ ਦੇ 2 ਰੁਪਏ ਕੱਢੇ ਅਤੇ ਸਰਦਾਰ ਜੀ ਨੂੰ ਦੇ ਕੇ ਕਿਹਾ ਕਿ 1 ਰੁਪਇਆ ਸੰਤ ਜੀ ਨੂੰ ਦੇ ਦੇਣਾ ਤੇ ਦੂਜਾ ਜਿੱਥੇ ਆਪਣੇ ਰੁਪਏ ਰੱਖਦੇ ਹੋ ਉੱਥੇ ਰੱਖ ਦੇਣਾ। ਇਸ ਰੁਪਏ ਨਾਲ ਸਰਦਾਰ ਜੀ ਨੂੰ ਅਪਾਰ ਬਰਕਤਾਂ ਪ੍ਰਾਪਤ ਹੋਈਆਂ। ਸਰਦਾਰ ਜੀ ਨੂੰ ਮੁੜ ਬੁਖਾਰ ਹੋ ਗਿਆ ਅਤੇ ਸਤੰਬਰ 1912 ਵਿੱਚ ਫਿਰ ਕੋਮਰੀ ਗਏ। ਭਾਈ ਸਾਹਿਬ ਵੀ ਸਹਿਤ ਪਰਿਵਾਰ ਦੇ ਉੱਥੇ ਪੁੱਜੇ। ਸਰਦਾਰ ਜੀ ਭਾਈ ਸਾਹਿਬ ਨਾਲ ਹੀ ਠਹਿਰੇ ਅਤੇ ਸਤਸੰਗ ਦਾ ਲਾਹਾ ਮਾਣਿਆ।
ਅਕਤੂਬਰ ਦੇ ਮਹੀਨੇ ਕਾਫੀ ਸਰਦੀ ਸ਼ੁਰੂ ਹੋ ਗਈ ਸੀ ਅਤੇ ਵਾਪਸ ਪਰਤਣ ਦਾ ਵਿਚਾਰ ਹੋਇਆ। ਸਰਦਾਰ ਜੀ ਨੇ ਭਾਈ ਸਾਹਿਬ ਨੂੰ ਕਿਹਾ ਕਿ ਉਹ ਇੱਕ ਦਿਨ ਪਹਿਲਾਂ ਉਹਨਾਂ ਤੋਂ ਚੱਲਦੇ ਹਨ ਅਤੇ ਰਾਵਲਪਿੰਡੀ ਉਹ ਉਹਨਾਂ ਲਈ ਪ੍ਰਸ਼ਾਦਾ ਤਿਆਰ ਕਰਵਾ ਕੇ ਸਟੇਸ਼ਨ ਤੇ ਲਿਆਵਣਗੇ। ਉਹਨਾਂ ਦਿਨਾਂ ਵਿੱਚ ਸਰਦਾਰ ਜੀ ਦੇ ਵੱਡੇ ਭਰਾਤਾ ਦਾ ਵਿਆਹ ਸੀ ਅਤੇ ਸਾਰਾ ਪਰਿਵਾਰ ਰਾਵਲਪਿੰਡੀ ਪੁੱਜਾ ਹੋਇਆ ਸੀ। ਭਾਈ ਸਾਹਿਬ ਨੇ ਉੱਤਰ ਦਿੱਤਾ ਕਿ ਉਹ ਲਖਬੀਰ ਸਿੰਘ ਨੂੰ ਚਿੱਠੀ ਲਿਖ ਬੈਠੇ ਹਨ, ਜੇਕਰ ਪਹਿਲਾਂ ਆਖਦੇ ਤਾਂ ਉਸ ਨੂੰ ਨਾ ਲਿਖਦੇ। ਸੰਤ ਲਖਮੀਰ ਸਿੰਘ ਭਾਈ ਸਾਹਿਬ ਦੇ ਨਾਲ ਸਨ ਅਤੇ ਸੰਤ ਜੀ ਨੇ ਕਿਹਾ ਕਿ ਮਨਮੋਹਨ ਸਿੰਘ ਦੀ ਬੇਨਤੀ ਪ੍ਰਵਾਨ ਕਰੋ। ਜਿਸ ਤਰ੍ਹਾਂ ਦਾ ਪ੍ਰਸ਼ਾਦ ਇਹ ਤਿਆਰ ਕਰਵਾ ਕੇ ਲਿਆਵੇਗਾ, ਲਖਬੀਰ ਸਿੰਘ ਨਹੀਂ ਲਿਆ ਸਕਦਾ। ਦੋਹਾਂ ਪਾਸੋਂ ਲੈ ਕੇ ਵਰਤ ਲਵਾਂਗੇ। ਸਰਦਾਰ ਜੀ ਰਾਵਲਪਿੰਡੀ ਪੁੱਜ ਗਏ ਅਤੇ ਸ਼ਾਮ ਨੂੰ ਪ੍ਰਸ਼ਾਦਾ ਤਿਆਰ ਕਰਵਾ ਕੇ ਸਟੇਸ਼ਨ ਪਰ ਪੁੱਜ ਗਏ। ਲਖਬੀਰ ਸਿੰਘ ਵੀ ਮਹਿਰੇ ਦੀ ਵੈਂਗੀ ਉੱਤੇ ਪ੍ਰਸ਼ਾਦਾ ਰਖਵਾਇਆ ਹੋਇਆ ਪੁੱਜ ਗਿਆ। ਇਹਨਾਂ ਦਾ ਪਰਿਵਾਰ ਮਰੀ ਗਿਆ ਹੋਇਆ ਸੀ। ਪ੍ਰਸ਼ਾਦਾ ਇਹਨਾਂ ਨੇ ਦੁਕਾਨਦਾਰ ਤੋਂ ਤਿਆਰ ਕਰਵਾਇਆ ਸੀ। ਉਹ ਪ੍ਰਸ਼ਾਦਾ ਦੇ ਕੇ ਚਲੇ ਗਏ। ਸਰਦਾਰ ਜੀ ਦੇ ਪਰਿਵਾਰ ਨੇ ਆਪ ਪ੍ਰਸ਼ਾਦਾ ਥਾਲਾਂ ਵਿੱਚ ਪਰੋਸ ਕੇ ਖਵਾਇਆ ਅਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਵਿੱਚ ਸੁਣਨ ਵਿੱਚ ਆਇਆ ਹੈ ਕਿ ਇੱਕ ਵਾਰੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਸਵੇਰ ਦੀ ਸੈਰ ਕਰਕੇ ਪਰਤ ਰਹੇ ਸਨ। ਉਹਨਾਂ ਆਪਣੇ ਮਿੱਤਰ ਨੂੰ ਕਿਹਾ ਕਿ ਉਹ ਘਰ ਚਲਾ ਜਾਵੇ, ਕਿਉਂ ਜੋ ਉਹ ਥੋੜ੍ਹੀ ਦੇਰ ਠਹਿਰ ਕੇ ਆਉਣਗੇ। ਭਾਈ ਸਾਹਿਬ ਜੀ ਪਾਪਾ ਮਨਮੋਹਨ ਸਿੰਘ ਜੀ ਪਾਸ ਗਏ ਤੇ ਪੁੱਛਿਆ ਕਿ ਕੀ ਉਹ ਭਾਈ ਸਾਹਿਬ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹਨ। ਪਾਪਾ ਮਨਮੋਹਨ ਸਿੰਘ ਜੀ ਬਹੁਤ ਹੀ ਪ੍ਰਭਾਵਿਤ ਹੋਏ ਅਤੇ ਕਿਹਾ ਕਿ ਉਹ ਕੁਝ ਸਿੱਖਣਾ ਚਾਹੁੰਦੇ ਹਨ, ਉਹਨਾਂ ਦੇ ਚਰਨਾਂ ਵਿੱਚ ਥਾਂ ਚਾਹੁੰਦੇ ਹਨ। ਭਾਈ ਸਾਹਿਬ ਜੀ ਨੇ ਕਿਹਾ, ਨਾਨਕ ਨਦਰੀ ਨਦਰ ਨਿਹਾਲ। ਬਸ ਪਾਪਾ ਮਨਮੋਹਨ ਸਿੰਘ ਜੀ ਦੇ ਜੀਵਨ ਵਿੱਚ ਪਲਟਾ ਆ ਗਿਆ। ਕੁਝ ਹੀ ਦਿਨਾਂ ਪਿੱਛੋਂ ਪਾਪਾ ਮਨਮੋਹਨ ਸਿੰਘ ਜੀ ਦੀ ਬਿਮਾਰੀ ਦੂਰ ਹੋ ਗਈ ਅਤੇ ਉਹਨਾਂ ਦਾ ਨਵਾਂ ਜੀਵਨ ਆਰੰਭ ਹੋ ਗਿਆ। ਉਹਨਾਂ ਆਪਣਾ ਵਪਾਰ ਸ਼ੁਰੂ ਕੀਤਾ, ਪੂਰੀ ਰੁਚੀ ਲਾਈ, ਪਰਿਵਾਰ ਵਿੱਚ ਵੀ ਪੂਰਾ ਧਿਆਨ ਦਿੱਤਾ। ਪਰਿਵਾਰ ਦੇ ਜੀਆਂ ਨਾਲ ਮਿਲ ਕੇ ਐਬਟਾਬਾਦ, ਲਾਹੌਰ, ਦਿੱਲੀ ਅਤੇ ਮਦਰਾਸ ਵਿੱਚ ਕਾਰੋਬਾਰ ਕੀਤਾ। ਵਪਾਰ ਵਿੱਚ ਹਾਰ ਜਿੱਤ ਬਣੀ ਰਹਿੰਦੀ ਹੈ, ਪਰ ਪਾਪਾ ਮਨਮੋਹਨ ਸਿੰਘ ਜੀ ਨੇ ਮਹਾਪੁਰਸ਼ ਦੀ ਦਇਆ ਦ੍ਰਿਸ਼ਟੀ ਨਾਲ ਜੀਵਨ ਦੀਆਂ ਕਠਿਨਾਈਆਂ ਉੱਪਰ ਸਹਿਜ ਹੀ ਸਫਲਤਾ ਪ੍ਰਾਪਤ ਕੀਤੀ ਅਤੇ ਕਾਫੀ ਉੱਨਤੀ ਕੀਤੀ। ਇਸ ਤੋਂ ਪਿੱਛੋਂ ਸਰਦਾਰ ਜੀ ਦਾ ਸਨੇਹ ਭਾਈ ਸਾਹਿਬ ਜੀ ਨਾਲ ਬਹੁਤ ਵਧਿਆ ਅਤੇ ਉਹ ਕਦੀ-ਕਦੀ ਭਾਈ ਸਾਹਿਬ ਪਾਸ ਆਉਂਦੇ ਰਹੇ ਅਤੇ ਉਹਨਾਂ ਦੇ ਸਤਸੰਗ ਦਾ ਲਾਭ ਉਠਾਉਂਦੇ ਰਹੇ। ਭਾਈ ਸਾਹਿਬ ਜੀ ਦੀ ਸਿੱਖਿਆ ਨਾਲ ਉਹਨਾਂ 'ਤੇ ਗੁਰਬਾਣੀ ਦਾ ਮਜੀਠੀ ਰੰਗ ਅਜਿਹਾ ਚੜ੍ਹਿਆ ਕਿ ਫਿਰ ਉਹਨਾਂ ਕਈ ਇੱਕ ਭਟਕਦੀਆਂ, ਸਿਸਕਦੀਆਂ ਅਤੇ ਤਰਸਦੀਆਂ ਰੂਹਾਂ ਦਾ ਮਿਲਾਪ ਵੀ ਭਾਈ ਸਾਹਿਬ ਜੀ ਦੇ ਨਾਲ ਕਰਵਾਇਆ। ਜਦੋਂ ਇਹਨਾਂ ਦੀ ਰੂਹ ਨਾਮ ਰੰਗ ਵਿੱਚ ਰੰਜੀਦਦੀ ਵੇਖੀ ਤਾਂ ਉਹਨਾਂ ਦੇ ਹਾਲਾਤ ਨੋਟ ਕਰਨੇ ਸ਼ੁਰੂ ਕੀਤੇ ਅਤੇ ਉਸ ਬਾਰੇ ਭਾਈ ਸਾਹਿਬ ਨਾਲ ਲੋੜੀਂਦੀ ਅਗਵਾਈ ਜਾਂ ਪੁੱਛ-ਗਿੱਛ ਲਈ ਚਿੱਠੀ ਪੱਤਰ ਕਰਦੇ ਰਹੇ, ਇਸ ਆਸ਼ੇ ਨਾਲ ਕਿ ਹੋਰ ਵੀ ਅਜਿਹੀਆਂ ਰੂਹਾਂ ਵਰੋਸਾਈਆਂ ਜਾ ਸਕਣ। ਇਹ ਉੱਦਮ ਕੀਤਾ ਕਿ ਸਭ ਨੋਟ ਅਤੇ ਪੱਤਰ ਵਿਸ਼ੇਸ਼ ਕਾਪੀਆਂ ਉੱਪਰ ਉਤਾਰ ਗਏ। ਸਾਡਾ ਇਹ ਯਤਨ ਹੈ ਕਿ ਉਹ ਸਮੱਗਰੀ ਐਡਿਟ ਕਰਕੇ ਪਾਠਕਾਂ ਅਤੇ ਸ਼ਰਧਾਲੂਆਂ ਗੋਚਰੇ ਕੀਤੀ ਜਾਵੇ। ਜਦੋਂ ਮੇਰੀ ਬਦਲੀ ਰੁੜਕੀ ਹੋਈ ਤਾਂ ਪਾਪਾ ਮਨਮੋਹਨ ਸਿੰਘ ਜੀ ਮੇਰੇ ਪਾਸ 15 ਦਿਨ ਦੇ ਕਰੀਬ ਰਹੇ। ਉਸ ਸਮੇਂ ਬਹੁਤ ਹੀ ਨੇੜੇ ਦੀ ਵਾਰਤਾਲਾਪ ਹੁੰਦੀ ਰਹੀ, ਪਰ ਮਜ਼ੇ ਦੀ ਗੱਲ ਇਹ ਹੈ ਕਿ ਉਹਨਾਂ ਨੇ ਕਦੇ ਕੋਈ ਦੁਨਿਆਵੀ ਔਖ ਜਾਂ ਸੋਖ ਦੀ ਗੱਲ ਨਹੀਂ ਤੋਰੀ, ਸਗੋਂ ਭਾਈ ਸਾਹਿਬ ਜੀ ਦੀ ਸਿੱਖਿਆ ਤੋਂ ਪ੍ਰਾਪਤ ਨਾਮ ਰਸ ਦੀ ਲਗਨ, ਪ੍ਰਾਪਤੀ ਅਤੇ ਖੇੜੇ ਦੀ ਹੀ ਗੱਲ ਕੀਤੀ। ਗੱਲ ਕਰਦਿਆਂ ਸਦਾ ਗਰੀਬੀ ਦਾ ਲਹਿਜਾ ਰੱਖਿਆ ਕਿ ਮਤਾ ਹੋ ਕਿਤੇ ਕਿਰਾਏ ਨੂੰ ਖੇਰੂ ਕਰ ਦਵੇ। ਅੰਤ ਵਿੱਚ ਇੱਕ ਗੱਲ ਲਿਖਣੀ ਚਾਹਾਂਗਾ ਕਿ ਗੁਰਮੁਖ ਸਦਾ ਵਾਹਿਗੁਰੂ ਦੀ ਹਜ਼ੂਰੀ ਵਿੱਚ ਰਹਿੰਦਾ ਹੈ ਅਤੇ ਅਜਿਹੀ ਹਾਜ਼ਰੀ ਲਈ ਪਹਿਲਾ ਸਬਕ ਜੋ ਉਹਨਾਂ ਪਕਾਇਆ ਉਹ ਉਹਨਾਂ ਦੱਸਿਆ ਕਿ ਜਦੋਂ ਸਿੱਖ ਐਜੂਕੇਸ਼ਨਲ ਕਾਨਫਰੰਸ ਤੋਂ ਅੰਬਾਲੇ ਅਸੀਂ ਸਾਰੇ ਇੱਕੋ ਮਕਾਨ ਵਿੱਚ ਠਹਿਰੇ ਹੋਏ ਸਾਂ ਤਾਂ ਇੱਕ ਦਿਨ ਅੰਮ੍ਰਿਤ ਵੇਲੇ ਸਰਦਾਰ ਤਿਰਲੋਚਨ ਸਿੰਘ ਜੀ ਜਪਜੀ ਸਾਹਿਬ ਦਾ ਪਾਠ ਟਹਿਲ ਕੇ ਜ਼ਰਾ ਉੱਚੀ ਕਰ ਰਹੇ ਸਨ। ਦਾਸ ਸੁਣ ਰਿਹਾ ਸੀ, ਕੋਈ ਤੁਕ ਤਾਂ 5 ਵਾਰ ਪੜ੍ਹਨ, ਕੋਈ 2-3 ਵਾਰ ਤੇ ਕੋਈ 1 ਵਾਰੀ। ਮੈਂ ਪਿਆਰ ਨਾਲ ਸੁਣਦਾ ਰਿਹਾ। ਮੌਕਾ ਮਿਲਣ ਤੇ ਪਿਆਰੇ ਜੀ ਪਾਸੋਂ ਸਾਰੀ ਗੱਲ ਇਸ ਤਰ੍ਹਾਂ ਪਾਠ ਕਰਨ ਦੀ ਪੁੱਛੀ। ਆਪ ਜੀ ਨੇ ਉੱਤਰ ਦਿੱਤਾ ਕਿ ਸਰਦਾਰ ਜੀ ਕੋਸ਼ਿਸ਼ ਕਰਦੇ ਹਨ ਕਿ ਇੱਕ ਪਾਠ ਤਾਂ ਜਪਜੀ ਸਾਹਿਬ ਦਾ ਹਜ਼ੂਰੀ ਵਿੱਚ ਕਰੀਏ। ਜੋ ਤੁਕ ਹਜ਼ੂਰੀ ਵਿੱਚ ਨਹੀਂ ਪੜ੍ਹੀ ਜਾਂਦੀ, ਬਾਰ-ਬਾਰ ਪੜ੍ਹਦੇ ਹਨ। ਜਦੋਂ ਜਾਪਦਾ ਹੈ ਕਿ ਤੁਕ ਗੁਰੂ ਨਾਨਕ ਦੇਵ ਜੀ ਨੂੰ ਸੁਣਾ ਲਈ ਹੈ, ਤਦੋਂ ਅੱਗੇ ਤੁਰਦੇ ਹਨ। ਇੱਕ ਵਾਰੀ ਆਪ ਜੀ ਨੇ ਫਰਮਾਇਆ ਸੀ, ਮਨਮੋਹਨ ਸਿੰਘ ਬਾਣੀ ਦਾ ਪਾਠ ਜ਼ਰਾ ਉੱਚੀ ਕਰਨਾ ਚਾਹੀਦਾ ਹੈ, ਇਤਨਾ ਉੱਚੀ ਕਿ ਆਪਣੇ ਕੰਨ ਪਾਠ ਦੀ ਆਵਾਜ਼ ਸੁਣ ਸਕਣ। ਇਸ ਤਰ੍ਹਾਂ ਕਰਨ ਨਾਲ ਬਾਣੀ ਦੇ ਪਾਠ ਵਿੱਚ ਛੇਤੀ ਸਵਾਦ ਪੈ ਜਾਵੇਗਾ। 14 ਜਨਵਰੀ 1983 ਦੀ ਸਵੇਰ, ਜਿਸ ਵੇਲੇ ਮੇਰੇ ਕੰਨੀ ਇਹ ਸੌ ਪਈ ਕਿ ਪਾਪਾ ਮਨਮੋਹਨ ਸਿੰਘ ਜੀ ਸਦੀਵੀ ਵਿਛੋੜਾ ਦੇ ਗਏ ਹਨ ਤੇ ਹੁਣ ਉਹਨਾਂ ਨਾਲ ਕੋਈ ਵਾਰਤਾਲਾਪ ਹੋਣ ਦੀ
ਮਿਲ ਬੈਠਣ ਤੇ ਪੁਰਾਣੀਆਂ ਯਾਦਾਂ ਸਾਂਝਾ ਕਰਨ ਦੀ ਬਜਾਏ ਉਹਨਾਂ ਦੇ ਸਾਂਭੇ ਭੰਡਾਰ ਰਾਹੀਂ ਹੀ ਉਹਨਾਂ ਦੀ ਅਦਿੱਖ ਸ਼ਖਸੀਅਤ ਨਾਲ ਕੁਝ ਪਲ ਬਿਤਾਏ ਜਾ ਸਕਣਗੇ ਤਾਂ ਅੱਖੀਆਂ ਮੁੰਦ ਗਈਆਂ। ਅੰਦਰ ਕੁਝ ਆਪ ਹੀ ਪਰੋਇਆ ਜਾਣ ਲੱਗਾ, ਅਜਿਹਾ ਕੁਝ ਜੋ ਅਣਦਿਸਦੇ ਦੀ ਝਲਕ ਮਾਰ ਸਕੇ। ਫਿਰ ਜ਼ਰਾ ਕਲਮ ਦੀ ਜੁੰਬਸ਼ ਹੋਈ ਤਾਂ ਇਉਂ ਅੰਤਮ ਸ਼ਰਧਾਂਜਲੀ ਉਲੀਕੀ ਗਈ। ਹਰੀ ਨਾਮ ਦੀ ਚਰਚਾ ਜਿੱਥੇ ਬੈਠਾ ਸਾਜਨ ਸੋਹਣਾ, ਪ੍ਰੀਤ ਪ੍ਰੇਮ ਸਹਿਜ ਤੁਨ ਉਪਜਨ ਜਦ ਉਸ ਲਾਗੇ ਹੋਣਾ। ਮਹਾਂਪੁਰਸ਼ ਤੋਂ ਆਪ ਵਰਸਿਆ ਹੋਰਨ ਇਸ ਵਰਸੋਆ, ਅੱਜ ਉਹ ਅੱਖੀਓਂ ਓਲੇ ਹੋ ਗਿਆ ਸੰਤ ਸਾਧ ਮਨਮੋਹਣਾ। ਇਉਂ ਪ੍ਰਤੀਤ ਹੋਇਆ ਜਿਵੇਂ ਕੋਈ ਅਣਦਿਸਦੀ ਸੂਰਤ ਮੂਰਤੀਮਾਨ ਹੋ ਕੇ ਕੁਝ ਯਾਦ ਦਿਲਾ ਰਹੀ ਹੈ ਤੇ ਇੱਕ ਛਿਣ ਵਿੱਚ ਉਹ ਮੂਰਤ ਅਲੋਪ ਹੋ ਗਈ ਤਾਂ ਦਿਲ ਦੀ ਹੂਕ ਨੇ ਗਾਵਿਆ, ਦੋ ਪਲ ਰਿਸ਼ਮਾਂ ਵਾਲੇ ਉਸ ਤੋਂ ਲੈ ਕੇ ਅਸਾਂ ਉਧਾਰੇ, ਦਿਲ ਦੇ ਅੰਦਰ ਚਾਨਣ ਕੀਤਾ ਘੜੀਆਂ ਪਹਿਰ ਸਵਾਰੇ। ਗੰਧ ਸੁਗੰਧੀ ਐਸੀ ਵੰਡੀ ਉਸਨੇ ਹੱਥ ਵਧਾ ਕੇ, ਸ਼ੁਕਰਾਂ ਵਿੱਚ ਰਸਗੁੱਦੇ ਅੱਜ ਹੁਣ ਖਾਏ ਵਿਛੋੜਾ ਪਿਆਰੇ। ਬੀਬੀ ਸੰਤ ਜੀ। ਬੀਬੀ ਸੰਤ ਐਬਟਾਬਾਦ ਦੇ ਰਹੀ ਸਰਦਾਰ ਲਖਮੀ ਸਿੰਘ ਦੀ ਸਪੁੱਤਰੀ ਸੀ। ਉਸ ਦੀ ਸ਼ਾਦੀ ਲਾਹੌਰ ਦੇ ਮੰਨੇ ਪਰਮੰਨੇ ਆਰੀਆ ਸਮਾਜੀ ਭਗਤ ਈਸ਼ਰ ਦਾਸ ਜੀ ਐਡਵੋਕੇਟ ਦੇ ਵੱਡੇ ਸਪੁੱਤਰ ਭਗਤ ਉੱਤਮ ਚੰਦ ਨਾਲ ਹੋਈ। ਇਹ ਉਹ ਸਮਾਂ ਸੀ ਜਦੋਂ ਸਿੱਖ ਸਨਾਤਨੀ ਸਿੱਖ ਅਖਵਾਉਂਦੇ ਸਨ ਤੇ ਰਿਸ਼ਤੇ ਨਾਤੇ ਇਸ ਤਰ੍ਹਾਂ ਕੇਸਾਧਾਰੀਆਂ ਅਤੇ ਸਹਿਜਧਾਰੀਆਂ ਵਿੱਚ ਆਮ ਹੋ ਜਾਂਦੇ ਸਨ। ਪਤੀ ਪਤਨੀ ਦਾ ਆਪੋ ਵਿੱਚ ਕਾਫੀ ਪਿਆਰ ਸੀ, ਪਰ ਹੁਕਮ ਵਾਹਿਗੁਰੂ ਦਾ ਕੁਝ ਸਾਲਾਂ ਪਿੱਛੋਂ ਭਗਤ ਉੱਤਮ ਸਿੰਘ ਜੀ ਵਾਹਿਗੁਰੂ ਨੂੰ ਪਿਆਰੇ ਹੋ ਗਏ। ਇਸ ਅਚਲ ਸੱਟ ਨਾਲ ਬੀਬੀ ਦਾ ਜੀਵਨ ਦੁੱਖਾਂ ਦੀ ਖਾਨ ਬਣ ਗਿਆ। ਬੀਬੀ ਜ਼ਿਆਦਾ ਸਮਾਂ ਆਪਣੇ ਪਿਤਾ ਜੀ ਪਾਸ ਐਬਟਾਬਾਦ ਹੀ ਰਹਿਣ ਲੱਗ ਪਈ। ਪਰਿਵਾਰ ਦਾ ਯਤਨ ਸੀ ਕਿ ਬੀਬੀ ਕਿਸੇ ਤਰ੍ਹਾਂ ਧਾਰਮਿਕ ਰੁਚੀ ਵਾਲੀ ਹੋ ਜਾਵੇ ਤਾਂ ਜੋ ਉਸ ਦਾ ਜੀਵਨ ਗੁਰਬਾਣੀ ਆਸਰੇ ਸੁਖੀ ਹੋ ਜਾਵੇ। ਬੀਬੀ ਨੂੰ ਕਿਸੇ ਸਤਸੰਗੀ ਪਾਸੋਂ ਪਤਾ ਚੱਲਿਆ ਕਿ ਭਾਈ ਫੀਰ ਸਿੰਘ ਜੀ ਇੱਕ ਅਜਿਹੀ ਹਸਤੀ ਹਨ ਜੋ ਦੁਖੀਆਂ ਦਾ ਦੁੱਖ ਦੂਰ ਕਰਨ ਲਈ ਨਾਮ ਬਾਣੀ ਦਾ ਲੜ ਫੜਾ ਕੇ ਤੁਲਾ ਦੇ ਸਕਦੇ ਹਨ, ਜਿਸ ਨਾਲ ਜੀਵਨ ਸੁਖਾਲਾ ਬਤੀਤ ਹੋ ਜਾਂਦਾ ਹੈ। ਭਾਈ ਸਾਹਿਬ ਜੀ ਦਾ ਲਿਖਤੀ ਸਾਹਿਤ ਬੀਬੀ ਪਹਿਲਾਂ ਹੀ ਪੜ੍ਹਦੀ ਸੀ, ਪਰ ਹੁਣ ਹੋਰ ਵਧੀਕ ਖਿੱਚ ਨਾਲ ਪੜ੍ਹਨ ਲੱਗੀ। ਦਰਸ਼ਨ ਕਰਨ ਦੀ ਲਾਲਸਾ ਵਧਣ ਲੱਗੀ। ਬੀਬੀ ਆਪਣੀ ਨਨਾਣ ਦੀ ਸ਼ਾਦੀ ਤੇ ਐਬਟਾਬਾਦ ਤੋਂ ਲਾਹੌਰ ਆਈ। ਇਹ ਗਰਮੀ ਦਾ ਮੌਸਮ ਸੀ। ਬੀਬੀ ਨੂੰ ਇੱਥੇ ਸਖਤ ਮਰੋੜ ਲੱਗ ਗਏ, ਜਿਸ ਨਾਲ ਬਹੁਤ ਖੂਨ ਜਾਣ ਲੱਗ ਪਿਆ, ਪਰ ਦਵਾਈ ਲੈਣ ਤੋਂ ਇਨਕਾਰ ਕਰ ਦਿੱਤਾ। ਬਿਮਾਰੀ ਦੇ ਕਾਰਨ ਸਹੁਰਿਆਂ ਨੇ ਐਬਟਾਬਾਦ ਠੰਡੀ ਥਾਵੇਂ ਭੇਜਣਾ ਮੰਨ ਲਿਆ। ਬੀਬੀ ਨੇ ਕਿਸੇ ਤਰ੍ਹਾਂ ਇਹ ਵੀ ਮਨਾ ਲਿਆ ਕਿ ਉਹ ਕੋਮਰੀ ਤੋਂ ਹੁੰਦੀ ਹੋਈ ਐਬਟਾਬਾਦ ਪੁੱਜੇਗੀ। ਬੀਬੀ ਨੂੰ ਇਹ ਪਤਾ ਚੱਲ ਗਿਆ ਸੀ ਕਿ ਭਾਈ ਸਾਹਿਬ ਕੋਮਰੀ ਪਧਾਰੇ ਹੋਏ ਹਨ ਅਤੇ ਹੋ ਸਕਦਾ ਹੈ ਕਿ ਉਹਨਾਂ ਦੇ ਦਰਸ਼ਨਾਂ ਦਾ ਅਵਸਰ ਮਿਲ ਜਾਏ। ਕੋਮਰੀ ਪੁੱਜ ਕੇ ਉਹ ਸਰਦਾਰ ਮਨਮੋਹਨ ਸਿੰਘ ਜੀ ਪਾਸ ਠਹਿਰੀ, ਜੋ ਹਵਾ ਪਾਣੀ ਬਦਲਣ ਲਈ ਉੱਥੇ ਪੁੱਜੇ ਹੋਏ ਸਨ। ਬੀਬੀ ਨੇ ਸਰਦਾਰ ਜੀ ਨੂੰ ਕਿਹਾ ਕਿ ਭਾਈ ਸਾਹਿਬ ਜੀ ਇੱਥੇ ਆਏ ਹੋਏ ਹਨ, ਯਤਨ ਕਰਕੇ ਉਹਨਾਂ ਨਾਲ ਮਿਲਾਪ ਦਾ ਰਾਹ ਲੱਭੋ। ਸ਼ਾਮ ਨੂੰ ਜਦੋਂ ਭਾਈ ਸਾਹਿਬ ਸੈਰ ਲਈ ਮਾਲ ਰੋਡ ਤੋਂ ਲੰਘੇ ਤਾਂ ਸਰਦਾਰ ਜੀ ਨੇ ਬੇਨਤੀ ਕੀਤੀ ਕਿ ਐਬਟਾਬਾਦ ਵਾਲੇ ਸਰਦਾਰ ਲਖਮੀ ਸਿੰਘ ਜੀ ਦੀ ਲੜਕੀ ਸੰਤ ਇੱਥੇ ਆਈ ਹੋਈ ਹੈ ਅਤੇ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੀ ਹੈ। ਕਿਰਪਾ ਕਰਕੇ ਦੱਸੋ ਉਹ ਤੁਹਾਡੇ ਦਰਸ਼ਨ ਕਿੱਥੇ ਕਰ ਸਕਦੀ ਹੈ। ਭਾਈ ਸਾਹਿਬ ਨੇ ਉੱਤਰ ਦਿੱਤਾ, ਕੱਲ ਸਵੇਰੇ ਤੁਸੀਂ ਮੈਨੂੰ ਇੱਥੇ ਮਿਲਣਾ, ਮੈਂ ਤੁਹਾਡੇ ਨਾਲ ਚੱਲਾਂਗਾ। ਬੀਬੀ ਇਹ ਖਬਰ ਸੁਣ ਕੇ ਬੜੀ ਪ੍ਰਸੰਨ ਹੋਈ। ਦੂਜੇ ਦਿਨ ਸਵੇਰੇ ਸਰਦਾਰ ਜੀ ਭਾਈ ਸਾਹਿਬ ਨੂੰ ਆਪਣੇ ਘਰ ਲੈ ਗਏ। ਇਸੇ ਤਰ੍ਹਾਂ ਉਹ ਸਵੇਰ ਦੀ ਸੈਰ ਤੋਂ ਉਪਰੰਤ ਰੋਜ਼ ਆਉਂਦੇ ਅਤੇ ਘੰਟਾ ਕੁਝ ਨਾਮ ਬਾਣੀ ਤੇ ਬਚਨ ਵਿਲਾਸ ਕਰਦੇ ਰਹਿੰਦੇ। ਇਹਨਾਂ ਬਚਨਾਂ ਨਾਲ ਬੀਬੀ ਦਾ ਜੀਵਨ ਪਲਟ ਗਿਆ ਅਤੇ ਜਿੱਥੇ ਉਹ ਪਹਿਲਾਂ ਜੀਵਨ ਨੂੰ ਬੇਲੋੜਾ ਸਮਝਦੀ ਸੀ, ਉੱਥੇ ਹੁਣ ਜੀਵਨ ਅਮੋਲਕ ਭਾਸਣ ਲੱਗ ਪਿਆ। ਇੱਕ ਦਿਨ ਸਰਦਾਰ ਮਨਮੋਹਨ ਸਿੰਘ ਜੀ ਨੇ ਦੱਸਿਆ ਕਿ ਬੀਬੀ ਸੰਤ ਨੂੰ ਮਰੋੜ ਲੱਗੇ ਹੋਏ ਹਨ ਤੇ ਰੋਜ਼ ਖੂਨ ਆਉਂਦਾ ਹੈ। ਬੀਬੀ ਨੂੰ ਦਵਾਈ ਬਾਰੇ ਪੁੱਛਿਆ ਤਾਂ ਉਹ ਚੁੱਪ ਰਹੀ। ਭਾਈ ਸਾਹਿਬ ਨੇ ਕਿਹਾ ਕਿ ਬੀਬੀ ਜੀ ਜਦੋਂ ਰੋਜ਼ ਨਿਤਨੇਮ ਦਾ ਪਾਠ ਕਰਦੇ ਹੋ, ਉਸ ਸਮੇਂ ਇੱਕ ਕਟੋਰੀ ਵਿੱਚ ਪਾਣੀ ਪਾ ਕੇ ਪਾਸ ਰੱਖ ਲਿਆ ਕਰੋ। ਕਦੇ ਕਦੇ ਪਾਠ ਕਰਦਿਆਂ ਉਸ ਜਲ ਵੱਲ ਤੱਕ ਲਿਆ ਕਰੋ ਤੇ ਪਾਠ ਦੀ ਸਮਾਪਤੀ ਤੇ ਪਾਣੀ ਪੀ ਲਿਆ ਕਰੋ। ਦੂਜੇ ਦਿਨ ਤੋਂ ਹੀ ਬੀਬੀ ਨੇ ਇੰਜ ਕਰਨਾ ਸ਼ੁਰੂ ਕੀਤਾ ਅਤੇ 4-5 ਦਿਨਾਂ ਵਿੱਚ ਹੀ 9/9 ਹੋ ਗਈ। ਇਸ ਨਾਲ ਬੀਬੀ ਦੇ ਸਿਦਕ ਵਿੱਚ ਹੋਰ ਵਾਧਾ ਹੋਇਆ। ਬੀਬੀ ਸੰਤ ਜੀ ਨੂੰ ਇੱਕ ਵਾਰੀ ਟਾਈਫਾਇਡ ਬੁਖਾਰ ਹੋ ਗਿਆ। ਰਾਜ਼ੀ ਤਾਂ ਹੋ ਗਏ, ਪਰ ਕਮਜ਼ੋਰੀ ਬਹੁਤ ਆ ਗਈ ਸੀ। ਬੀਬੀ ਜੀ ਦੇ ਪਿਤਾ ਸਰਦਾਰ ਲਖਮੀ ਸਿੰਘ ਨੇ ਭਾਈ ਸਾਹਿਬ ਨੂੰ ਐਬਟਾਬਾਦ ਆਉਣ ਲਈ ਪੱਤਰ ਲਿਖਿਆ। ਭਾਈ ਸਾਹਿਬ ਐਬਟਾਬਾਦ ਆਏ ਅਤੇ ਇੱਕ ਹਫ਼ਤਾ ਉੱਥੇ ਰਹੇ। ਬੀਬੀ ਜੀ ਮਿਲ ਕੇ ਬੜੇ ਪ੍ਰਸੰਨ ਹੋਏ। ਉੱਥੋਂ ਟੁਰਦਿਆਂ ਭਾਈ ਸਾਹਿਬ ਬੀਬੀ ਜੀ ਨੂੰ ਹੁਕਮ ਕਰ ਗਏ ਕਿ ਸ਼ਾਮ ਨੂੰ ਸਭ ਭੈਣਾਂ ਮਿਲ ਕੇ ਕੀਰਤਨ ਕਰਿਆ ਕਰਨਾ
ਅਤੇ ਕੀਰਤਨ ਗੁਰੂ ਜੀ ਨੂੰ ਸੁਣਾ ਕੇ ਕਰਨਾ। ਬੀਬੀ ਜੀ ਨੇ ਇਸ ਨਿਯਮ ਨੂੰ ਨਿਭਾਇਆ ਅਤੇ ਕੀਰਤਨ ਦਾ ਰਸ ਮਾਣਿਆ। ਭਾਈ ਸਾਹਿਬ ਨੇ ਅੰਮ੍ਰਿਤਸਰ ਪੁੱਜ ਕੇ ਸਾਰਿਆਂ ਲਈ ਸਿਮਰਨੇ ਪਾਰਸਲ ਰਾਹੀਂ ਘੱਲੇ। ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਭਗਤ ਈਸ਼ਰ ਦਾਸ ਕੱਟੜ ਆਰੀਆ ਸਮਾਜੀ ਸਨ। ਬੀਬੀ ਨੂੰ ਭਾਈ ਸਾਹਿਬ ਜੀ ਨੂੰ ਮਿਲਣ ਜਾਣ ਦੀ ਇਜਾਜ਼ਤ ਨਹੀਂ ਸੀ, ਪਰ ਬੀਬੀ ਜੀ ਦੀ ਦੇਖਾ ਦੇਖੀ ਉਹਨਾਂ ਦੀਆਂ ਨਨਾਣਾਂ ਬੀਬੀ ਰਾਜ ਅਤੇ ਬੀਬੀ ਲੀਲਾ ਜੀ ਵੀ ਗੁਰਸਿੱਖੀ ਵਾਲੇ ਪਾਸੇ ਲੱਗ ਗਈਆਂ। ਉਹਨਾਂ ਦੀਆਂ ਸ਼ਾਦੀਆਂ ਵੀ ਸਿੱਖ ਘਰਾਣਿਆਂ ਵਿੱਚ ਹੋ ਗਈਆਂ। ਬੀਬੀ ਰਾਜ ਜੀ ਦੀ ਸ਼ਾਦੀ ਰਾਵਲਪਿੰਡੀ ਦੇ ਮਲਕ ਮੋਹਨ ਸਿੰਘ ਅਤੇ ਵੱਡੇ ਸਪੁੱਤਰ ਮਲਕ ਤੇਜਾ ਸਿੰਘ ਨਾਲ ਹੋ ਗਈ। ਬੀਬੀ ਜੀ ਦੇ ਅਰਦਾਸਿਆਂ ਨੇ ਕੱਟੜ ਆਰੀਆ ਸਮਾਜੀ ਭਗਤ ਈਸ਼ਰ ਦਾਸ ਨੂੰ ਵੀ ਗੁਰਸਿੱਖੀ ਦੇ ਸਿਦਕ ਵਿੱਚ ਲੈ ਆਉਂਦਾ। ਪਿੱਛੋਂ ਭਗਤ ਜੀ ਭਾਈ ਸਾਹਿਬ ਜੀ ਦੇ ਸਤਸੰਗ ਤੋਂ ਲਾਹਾ ਮਾਣਦੇ ਰਹੇ ਹਨ। ਬੀਬੀ ਜੀ ਦਾ ਜੀਵਨ ਬਿਲਕੁਲ ਹੀ ਪਲਟ ਗਿਆ ਅਤੇ ਉਹ ਹਰ ਸਮੇਂ ਨਾਮ ਦੇ ਰੰਗ ਵਿੱਚ ਰਤੇ ਰਹਿਣ ਲੱਗ ਪਏ। ਉਹ ਭਾਈ ਸਾਹਿਬ ਜੀ ਦੇ ਬਹੁਤ ਹੀ ਨਿਕਟਵਰਤੀ ਰਹੇ ਹਨ। ਬੀਬੀ ਜੀ ਬਾਰੇ ਅੱਗੇ ਵੀ ਕਿਧਰੇ ਕਿਧਰੇ ਜ਼ਿਕਰ ਆਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।